ਕਿਸਾਨ ਸੰਘਰਸ਼ ਮੰਚ ਤੇ ਸਾਰੇ ਇਕੱਠੇ ਹੋਏ ਵੱਡੇ ਛੋਟੇ ਵੀਰ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਸੁਖਜਿੰਦਰ ਸਿੰਘ ਹੈ ਜੀ। ਮੇਰਾ ਪਿੰਡ ਕੰਬਾਲੀ ਫੇਸ 11 ਮੋਹਾਲੀ ਦੇ ਲਾਗੇ ਨਹੀਂ ਵਿੱਚ ਹੀ ਕਹਿ ਸਕਦੇ ਹਾਂ ਆਪਾਂ, ਜਿੱਥੇ ਆਪਣੀ ਪੰਜਾਬ ਦਾ ਮੰਡੀ ਬੋਰਡ ਦਾ ਦਫ਼ਤਰ ਬਣਿਆ ਉਹਦੇ ਬਿਲਕੁਲ ਕੰਧ ਦੇ ਨਾਲ ਕੰਧ ਹੈ। ਸ਼ਹਿਰ ਦੇ ਵਿੱਚ ਹੈਗਾ ਲੇਕਿਨ ਅੱਜ ਵੀ ਪੰਚਾਇਤ ਹੈਗੀ ਹੈ, ਪੇਂਡੂ ਕਲਚਰ ਹੈਗਾ। ਖੇਤੀ ਨਾਲ ਮੈਂ ਜੁੜਿਆ ਨਹੀਂ, 45 ਕੁ ਸਾਲ ਦੀ ਉਮਰ ਹੋ ਗਈ ਹੋਣੀ ਹੈ। ਕਰੋਨਾ ਦੇ ਨਾਲ ਮੈਂ ਕਾਰੋਬਾਰ ਕਰਦਾ ਸੀ, ਸ਼ੀਸ਼ੇ ਦਾ ਕੰਮ ਹੈ ਮੇਰਾ, ਅਤੇ ਕਰੋਨਾ ਹੋਣ ਕਰਕੇ ਕਾਰੋਬਾਰ ਸਾਰੇ ਬੰਦ ਹੋ ਗਏ। ਖੇਤੀ ਨਾਲ ਜੁੜਨ ਦਾ ਮੌਕਾ ਮਿਲਿਆ। ਡੇਅਰੀ ਫਾਰਮ ਵੀ ਹੈਗਾ, ਘਰੇ ਰੱਖਿਆ ਹੋਇਆ 18 ਪਸ਼ੂ ਆ, ਅਤੇ ਇੱਥੇ 8 ਏਕੜ ਜ਼ਮੀਨ ਹੈ, ਉਹਦੇ 'ਚ ਖੇਤੀਬਾੜੀ ਕਰਦੇ ਸੀ। ਕੁਛ ਠੇਕੇ ਬਟਾਈ 'ਤੇ ਦਿੱਤੀ ਆ, 3-4 ਏਕੜ 'ਚ ਪੱਠੇ ਪੁੱਠੇ ਲਾ ਲਏ, ਸਬਜ਼ੀ ਕਰ ਲਈ, ਅਤੇ ਬਾਕੀ ਸਾਡੀ ਇੱਧਰ ਅਮਲੋਹ ਲਾਗੇ ਜ਼ਮੀਨ ਹੈ, ਧੰਦੇ ਬੱਦੇ। ਉੱਥੇ ਮੈਨੂੰ ਯਾਦ ਹੈ ਰਜਿਸਟਰੀ ਦੇ ਟਾਈਮ ਗਿਆ, ਮੁੜ ਕੇ ਕਦੇ ਮੈਂ ਜ਼ਮੀਨ ਦੇਖੀ ਵੀ ਨਹੀਂ ਆਪਣੀ ਵੀ ਹੈਗੀ ਵੀ ਹੈ ਜਾਂ ਕੀ ਹੈ ਕੀ ਨਹੀਂ ਹੈ। ਕਿਉਂ ਸਾਡਾ ਮੋਹ ਟੁੱਟਦਾ ਜਾ ਰਿਹਾ ਖੇਤੀ ਤੋਂ, ਅਸੀਂ ਚੱਲੇ ਹੀ ਨਹੀਂ ਉਸ ਪਾਸੇ ਨੂੰ। ਸਾਨੂੰ ਕਹਿ ਲਓ ਵੀ ਮਹਿੰਗੇ ਕੱਪੜਿਆਂ ਨੇ ਜਾਂ ਸ਼ਹਿਰ ਦੀ ਚਮਕ ਦਮਕ ਨੇ ਉਸ ਪਾਸੇ ਨੂੰ ਲੈ ਲਿਆ, ਸਾਨੂੰ ਸਾਡੀ ਜੜ੍ਹਾਂ ਤੋਂ ਉਖਾੜਤਾ। ਜੜ੍ਹਾਂ ਤੋਂ ਗੱਲ ਚੱਲੀ, ਵਧੀਆ ਤਾਂ ਕੋਈ ਬੁਲਾਰਾ ਮੈਂ ਐਡਾ ਹੈ ਨਹੀਂ, ਪਹਿਲੀ ਵਾਰ ਬੋਲਣ ਲੱਗਿਆ ਸਟੇਜ 'ਤੇ। ਜਾਂ ਮੈਂ 2008 ਦੇ ਵਿੱਚ ਸੰਮਤੀ ਨਾਲ ਸਰਪੰਚ ਬਣਿਆ ਸੀ ਪਿੰਡ ਦਾ, ਉਦੋਂ 1-2 ਵਾਰ ਮੁੱਦਿਆਂ 'ਤੇ ਕਿਤੇ ਗੱਲ ਹੋਈ। ਸਾਨੂੰ ਪੰਜਾਬ ਦੀ ਗੱਲ ਕਰੀਏ ਉਜਾੜਨ ਦੀ, ਜੜ੍ਹਾਂ ਤੋਂ ਪਾਸੇ ਕਰਨ ਦੀ। ਜਦੋਂ ਅੰਗਰੇਜ਼ੀ ਰਾਜ ਸੀਗਾ, ਅਸੀਂ ਗੁਲਾਮ ਸੀਗੇ। ਅੰਗਰੇਜ਼ੀ ਰਾਜ ਦੇ ਵਿੱਚ ਜਦੋਂ ਅਸੀਂ ਆਜ਼ਾਦੀ ਲਈ ਲੜੇ, ਸਭ ਤੋਂ ਵੱਧ ਸਾਡੇ ਪੰਜਾਬੀਆਂ ਨੇ ਹਿੱਸਾ ਲਿਆ। ਇਹਦੇ 'ਚ ਕੋਈ ਦੋ ਰਾਏ ਨਹੀਂ ਹੈਗੀ। ਇਤਿਹਾਸ ਵੀ ਗਵਾਹ ਹੈ, ਲਿਖਤਾਂ 'ਚ ਵੀ ਪਿਆ ਹੈ। ਮੌਜੂਦਾ ਜੋ ਲੀਡਰ ਸੀਗੇ, ਨਹਿਰੂ ਕਹਿ ਲਓ, ਗਾਂਧੀ ਕਹਿ ਲਓ, ਜਾਂ ਹੋਰ ਵੀ ਹੋਣਗੇ ਇਹੋ ਜਿਹੇ, ਉਹਨਾਂ ਨੇ ਦੇਖ ਲਿਆ ਸੀਗਾ ਵੀ ਇਹ ਪੰਜਾਬੀ ਕੌਮ ਹੈ ਜਿਹੜੀ ਇਹ ਅੰਗਰੇਜ਼ਾਂ ਨਾਲ ਮੱਥਾ ਲਾ ਸਕਦੀ ਹੈ, ਕੱਲ੍ਹ ਨੂੰ ਸਾਨੂੰ ਵੀ ਨਹੀਂ ਛੱਡਦੀ ਇਹ। ਇਹਨਾਂ ਨੇ ਉਦੋਂ ਹੀ ਸੋਚ ਲਿਆ ਸੀ ਵੀ ਇਹਨਾਂ ਨੂੰ ਨੱਥ ਕਿਵੇਂ ਪਾਉਣੀ ਹੈ। ਉਸ ਤੋਂ ਬਾਅਦ ਇਹਨਾਂ ਨੇ ਸਾਨੂੰ ਵੰਡ ਦਾ ਬਹਾਨਾ ਲਾ ਲਓ, ਉਦੋਂ ਵੀ ਪੰਜਾਬ ਵੰਡਿਆ ਗਿਆ ਵੀ ਇਹਨਾਂ ਨੂੰ ਅੱਡ ਕਰ ਦਿਓ। ਫਿਰ ਹਿੰਦੂ ਮੁਸਲਮਾਨ ਦਾ ਰੱਖਿਆ। ਮੇਰੇ ਪਿੰਡ ਮੈਂ ਕਹਿੰਦਾ ਹਰ ਇੱਕ ਦੇ ਪਿੰਡ 'ਚ ਹਰ ਇੱਕ ਜਾਤ ਹੈਗੀ ਆ। ਕਦੇ ਆਪਸ 'ਚ ਭਾਈਚਾਰੇ 'ਚ ਕਦੇ ਹਿੰਦੂ ਮੁਸਲਮਾਨ ਦਾ ਝਗੜਾ ਹੋਇਆ? ਕਿਸੇ ਦਾ ਝਗੜਾ ਨਹੀਂ ਹੋਇਆ। ਲੇਕਿਨ ਜਦੋਂ ਵੀ ਝਗੜਾ ਪੈਂਦਾ ਇਹ ਹਿੰਦੂ ਮੁਸਲਮਾਨ ਸਿੱਖ ਆ ਚੱਲਦਾ। ਕਰੋਨਾ ਦੇ ਵਿੱਚ ਵੀ ਪਹਿਲਾਂ ਮੁਸਲਮਾਨ ਭਾਈਚਾਰਾ ਬਦਨਾਮ ਕਰਿਆ ਗਿਆ, ਫਿਰ ਸਾਡੇ ਸਿੱਖਾਂ ਨੂੰ ਬਦਨਾਮ ਕਰਿਆ ਗਿਆ ਵੀ ਯਾਰ ਅਸੀਂ ਲੈ ਕੇ ਆਉਂਦੇ, ਕਦੇ ਹੋਰ ਦੂਜਾ ਨਹੀਂ ਲੈ ਕੇ ਆਉਂਦਾ, ਸਾਨੂੰ ਕਿਉਂ ਹਰ ਵਾਰ ਇੱਦਾਂ ਕਰਿਆ ਜਾਂਦਾ। ਪੰਜਾਬ ਦੀ ਵੰਡ ਦੀ ਗੱਲ ਹੋਈ। ਉਸ ਤੋਂ ਬਾਅਦ ਫਿਰ ਇਹਨਾਂ ਨੇ ਪੰਜਾਬ ਨੂੰ ਹਿਮਾਚਲ ਵੰਡਤਾ, ਹਰਿਆਣਾ ਵੰਡਤਾ, ਸਾਡੀਆਂ ਜ਼ਮੀਨਾਂ ਵੰਡਤੀਆਂ ਗਈਆਂ। ਫਿਰ ਸਾਡੇ ਕੋਲ ਪੰਜਾਬ ਦਾ ਨਾਂ ਸੀ, 5 ਦਰਿਆ ਸੀ, ਸਾਡੇ ਦਰਿਆ ਉੱਧਰ ਚਲੇ ਗਏ। ਉਸ ਤੋਂ ਬਾਅਦ 3 ਰਹਿ ਗਏ, 3 ਵੀ ਸਾਡੇ ਕੋਲੋਂ ਖੋਹ ਲਏ। ਸਾਡਾ ਪਾਣੀ, ਸਾਡਾ ਉਹ 'ਚੋਂ ਸਮਾਨ ਬਣਦਾ, ਉਹ ਵੀ ਸਾਨੂੰ ਨਹੀਂ ਮਿਲਦਾ। ਹੁਣ ਇਹ ਰੌਲਾ ਪਾਈ ਜਾਂਦੇ ਕਿ ਸਾਡਾ ਬਿਜਲੀ ਬੰਦ ਹੋ ਜਾਏਗੀ। ਮੈਂ ਮੋਹਾਲੀ ਦੇ ਲਾਗੋਂ ਆਉਣਾ, ਸਾਡੇ ਮੋਹਾਲੀ ਸ਼ਹਿਰਾਂ ਦੇ ਵਿੱਚ ਇਹ ਪ੍ਰਚਾਰ ਕਰਿਆ ਜਾ ਰਿਹਾ ਵੀ ਜ਼ਿਮੀਂਦਾਰਾਂ ਦੇ ਧਰਨਾ ਕਰਕੇ ਕੋਲੇ ਬੰਦ ਹੋ ਗਿਆ। ਇਹਨਾਂ ਨੂੰ ਪੁੱਛਣਾ ਚਾਹੇ ਵੀ 3 ਮਹੀਨੇ ਕਰੋਨਾ ਦੇ ਵਿੱਚ ਬਿਲਕੁਲ ਰੇਲਵੇ ਟਰਾਂਸਪੋਰਟੇਸ਼ਨ ਬੰਦ ਰਿਹਾ, ਉਦੋਂ ਕੋਲਾ ਕਿੱਥੋਂ ਤੁਹਾਡੇ ਕੋਲ ਆਉਂਦਾ ਸੀ? ਕਿਹੜਾ ਬਾਦਲ ਦਾ ਕੈਪਟਨ ਦਾ ਜਹਾਜ਼ ਚੱਲਦਾ ਸੀ ਜਿਹੜਾ ਥਰਮਲਾਂ ਨੂੰ ਕੋਲਾ ਦੇ ਕੇ ਜਾਂਦਾ ਸੀਗਾ ਵੀ ਜਿਹੜਾ ਅੱਜ ਜ਼ਿਮੀਂਦਾਰਾਂ ਨੇ ਰੇਲ ਰੋਕਤੀ ਤਾਂ ਕੋਲਾ ਬੰਦ ਹੋ ਗਿਆ? ਮੇਰਾ ਬਾਈ ਜੀ ਨਾਲ ਵੀ ਗੱਲ ਸੀਗੀ ਕਿ ਸਾਡੇ ਏਰੀਏ ਦੇ ਵਿੱਚ, ਸ਼ਹਿਰੀ ਖੇਤਰ ਦੇ ਵਿੱਚ ਜਿਵੇਂ ਇਹ ਪ੍ਰਚਾਰ ਕਰ ਰਹੇ ਸੋਸ਼ਲ ਮੀਡੀਆ 'ਤੇ, ਸਾਨੂੰ ਸ਼ਹਿਰੀ ਲੋਕਾਂ ਨੂੰ ਸਾਡੇ ਜਥੇਬੰਦੀਆਂ ਤੋਂ ਤੋੜਨਾ ਚਾਹੁੰਦੇ ਆ, ਕਿਸਾਨਾਂ ਤੋਂ ਅੱਡ ਤੋੜਨਾ ਚਾਹੁੰਦੇ ਆ। ਇਹ ਆਪਣੀਆਂ ਨਾਕਾਮੀਆਂ ਦਾ ਭਾਂਡਾ ਕਿਸਾਨਾਂ ਦੇ ਸਿਰ ਭੰਨਣਾ ਚਾਹੁੰਦੇ ਆ ਕਿ ਕਿਸਾਨਾਂ ਕਰਕੇ ਆਹ ਹੋ ਜਾਊਗਾ, ਤੁਹਾਡੇ ਨਾਲ ਇਹ ਹੋ ਜਾਊਗਾ, ਆਹ ਹੋ ਜਾਊਗਾ। ਸਾਡੀ ਅਖਬਾਰਾਂ ਦੇ ਵਿੱਚ ਕਿਤੇ ਕੋਈ ਗੱਲ ਨਹੀਂ ਲੱਗਦੀ। ਸਪੋਕਸਮੈਨ ਅਖਬਾਰ ਹੈਗਾ ਮੇਰੇ ਕੋਲ, 2008 ਤੋਂ ਆਉਂਦਾ, ਪੜ੍ਹਦਾ। ਉਹ ਸਮੇਂ-ਸਮੇਂ 'ਤੇ ਪੰਜਾਬੀਅਤ ਦੇ, ਪੰਜਾਬੀ ਦੇ, ਸਿੱਖੀ ਦੇ ਜਾਂ ਭਾਈਚਾਰਕ ਮੁੱਦੇ ਚੱਕਦਾ ਰਹਿੰਦਾ। ਆ ਤੁਹਾਡੇ ਨਾਲ ਹੀ ਬਪਰੌਰ ਪਿੰਡ 'ਚ ਉਹਨਾਂ ਨੇ ਉੱਚਾ ਦਰ ਬਾਬੇ ਨਾਨਕ ਦਾ ਬਣਾਇਆ, ਜੋ ਮਾਨਵਤਾ ਦੀ ਆਉਣ ਵਾਲੇ ਟਾਈਮ 'ਚ ਸੇਵਾ ਕਰੇਗਾ। ਉਹ ਅਖਬਾਰ ਲਾਉਂਦਾ। ਅੱਜ ਵੀ ਉਹਦੀ ਜਿਹੜੀ ਐਡੀਟਰ ਆ ਨਿਮਰਤ ਕੌਰ, ਉਹਦੇ ਕਾਫੀ ਅੱਛੇ ਵਿਚਾਰ ਆ। ਉਹਦੇ ਵਿੱਚ ਕੁਛ ਚੀਜ਼ਾਂ ਹੈਗੀਆਂ। ਉਹਨੇ ਕਿਹਾ ਕਿ ਪਾਰਟੀਆਂ ਆਪਣੀਆਂ ਕਿਸਾਨਾਂ ਦੇ ਦੁੱਖਾਂ ਦੀ ਜਿਹੜੀ ਅੱਗ ਬਲਦੀ ਪਈ ਆ ਉਹਦੇ 'ਚ ਰੋਟੀਆਂ ਸੇਕ ਰਹੇ ਆ। ਰਾਹੁਲ ਗਾਂਧੀ ਪੰਜਾਬ 'ਚ ਆਇਆ, ਟਰੈਕਟਰ 'ਤੇ ਬੈਠ ਕੇ ਚਲੇ ਗਿਆ। ਉਹ ਜਿਹਨੇ ਟਰੈਕਟਰ 'ਤੇ ਬੈਠਣ ਲਈ ਲੱਖਾਂ ਰੁਪਏ ਦੀ ਸੀਟ ਲਵਾ ਲਈ, ਉਹਨੂੰ ਖੇਤ ਦੇ ਡਲਿਆਂ ਦਾ ਕੀ ਪਤਾ। ਅਤੇ ਉਸੇ ਟਾਈਮ ਕਿਸਾਨ ਜਥੇਬੰਦੀਆਂ ਸੰਘਰਸ਼ ਕਰਦੀਆਂ ਅਤੇ ਆ ਬਾਦਲ ਤਖਤਾਂ ਤੋਂ ਆਪਣੇ ਕਾਫਲੇ ਲੈ ਕੇ ਚੰਡੀਗੜ੍ਹ ਪਹੁੰਚਦੇ ਆ। ਮੈਨੂੰ ਯਾਦ ਹੈ ਰੈਪਰ ਦੇ ਵਿੱਚ, ਚੰਡੀਗੜ੍ਹ ਦੇ ਵਿੱਚ ਜਿੱਥੇ ਪੁਰਾਣਾ ਏਅਰਪੋਰਟ ਹੈ, ਜ਼ੀਰਕਪੁਰ ਦੇ ਨਾਲ ਹੀ ਪਿੰਡ ਹੈ, ਉੱਥੇ ਮੇਰੇ 1-2 ਚਲੋ ਗੁਆਂਢ ਹੋਣ ਕਰਕੇ ਪੁਲਿਸ ਨਾਲ ਵੀ ਵਾਹ ਪੈਂਦਾ ਰਹਿੰਦਾ, ਵਾਕਫੀਅਤ ਵੀ ਹੈਗੀ ਹੈ। ਉਹਨਾਂ ਨੂੰ ਇਹਨਾਂ ਨੇ ਫੋਨ ਕਰਕੇ ਕਿਹਾ ਵੀ ਅਸੀਂ ਤਾਂ ਆਪਣੀ ਗੱਡੀਆਂ 'ਚ ਆ ਰਹੇ ਹਾਂ, ਇੱਥੇ ਲੋਕਾਂ ਦਾ ਇਕੱਠ ਹੋ ਗਿਆ, ਸਾਨੂੰ ਇਕੱਠ ਹੁੰਦੇ ਸਾਰੀ ਗ੍ਰਿਫਤਾਰ ਪਾ ਲਓ, ਕਰ ਲਓ।
ਜਦ ਇਹ ਬੰਦੇ ਸਾਨੂੰ ਆਪਣੀਆਂ ਗੱਲਾਂ 'ਚ ਲਾ ਕੇ ਕਾਫਲਿਆਂ 'ਚ ਲੈ ਕੇ ਆ ਸਕਦੇ, ਜਿੰਦਾਬਾਦ ਮੁਰਦਾਬਾਦ ਕਰਾ ਸਕਦੇ, ਸਾਡੇ 'ਚ 2 ਮਿੰਟ ਖੜ੍ਹ ਨਹੀਂ ਸਕਦੇ। ਜਿਵੇਂ ਪਹਿਲਾਂ ਮੇਰੇ ਤੋਂ ਵੀਰ ਬੋਲ ਕੇ ਗਏ ਵੀ ਅਸੀਂ ਲੀਡਰਾਂ ਦੇ ਮਗਰ ਫਿਰਦੇ ਹਾਂ, ਠੀਕ ਹੈ, ਨਿੱਜੀ ਸਵਾਰਥ ਹੁੰਦੇ ਆ ਸਾਨੂੰ, ਅਸੀਂ ਜਾਣਦੇ ਹਾਂ ਕਿਸੇ ਦਾ ਕੋਈ ਕੰਮਕਾਰ ਹੋਣਾ, ਛੋਟੇ ਮੋਟੇ ਹੋਣੇ, ਅੱਜ ਕੱਲ੍ਹ ਬਿਨਾਂ ਸਿਫਾਰਸ਼ਾਂ ਤੋਂ ਬਿਨਾਂ ਪੈਸੇ ਤੋਂ ਕੰਮ ਨਹੀਂ ਹੁੰਦਾ। ਜਦੋਂ ਇਹਨਾਂ ਨੂੰ ਸਾਡੀਆਂ ਗੱਲਾਂ ਕਰਨ ਲਈ ਸਾਡੇ 'ਚ ਖੜਨਾ ਪੈਂਦਾ, ਫਿਰ ਇਹਨਾਂ ਨੂੰ ਵਕਤ ਪੈ ਜਾਂਦਾ, ਫਿਰ ਇਹ ਇੰਟੈਲੀਜੈਂਸ ਨੂੰ, ਪੁਲਿਸ ਵਾਲਿਆਂ ਨੂੰ ਕਹਿ ਦਿੰਦੇ ਵੀ ਸਾਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਲਿਓ, ਉੱਥੇ ਇਕੱਠ 'ਚ ਨਾ ਹੋਣ ਦਿਓ। ਕਿਉਂ? ਸਾਨੂੰ ਇਹ ਤਾਂ ਮੁਸ਼ਕ ਆਉਂਦੀ ਹੈ ਜਾਂ ਸਾਡੇ ਜੂਆਂ ਪਈਆਂ ਹੋਈਆਂ ਵੀ ਸਾਡੇ ਨਾਲ ਨਹੀਂ ਖੜ ਸਕਦੇ ਇਹ। ਜਦ ਅਸੀਂ ਇਹਨਾਂ ਲਈ ਜਿੰਦਾਬਾਦ ਮੁਰਦਾ ਕਰਦੇ, ਲਾਠੀਆਂ ਖਾਂਦੇ ਆ, ਪਾਣੀ ਦਾ ਵਿਛਾਰਾ ਖਾਂਦੇ ਆ, ਸਾਡੇ ਪੱਗਾਂ ਧਰਾਉਂਦੇ ਆ, ਅਤੇ ਅੱਜ ਸਾਨੂੰ ਇਹਨਾਂ ਦੀ ਲੋੜ ਹੈ। ਸਾਡੇ ਹੀ ਬਣਾਏ ਹੋਏ ਲੀਡਰ ਹੈ। ਜਿਵੇਂ ਵੀਰ ਗੱਲ ਕਰਦੇ ਸੀ ਵੀ 117 ਬੰਦਿਆਂ ਦੀ ਲੋੜ ਹੈ, ਯਾਰ ਸਾਡੇ ਵਿੱਚੋਂ ਕਿਉਂ ਨਹੀਂ ਖੜਦੇ 117? ਕਿਉਂ ਅਸੀਂ ਇਹਨਾਂ ਦੇ ਤਰਲੇ ਮਿੰਨਤਾਂ ਕਰਦੇ, ਕੋਠੀਆਂ ਜਾ ਕੇ 2-2 ਘੰਟੇ ਮਿਲਦੇ ਨਹੀਂ ਹੈ? ਜਦ ਇਹਨਾਂ ਨੂੰ ਵੋਟਾਂ ਦੀ ਲੋੜ ਹੁੰਦੀ ਫਿਰ ਸਾਡੇ ਗਲੀਆਂ ਨਾਲੀਆਂ 'ਚ ਵੀ ਫਿਰਦੇ ਆ ਇਹ। ਅੱਜ ਸਾਨੂੰ ਕੋਠੀ ਤੋਂ ਬਾਅਦ ਕਹਿ ਦਿੰਦੇ ਸਾਡੀ ਪਬਲਿਕ ਡੀਲਿੰਗ ਬੰਦ ਹੈ ਜੀ, ਟਾਈਮ ਨਹੀਂ ਹੈਗਾ ਜੀ। ਮੰਤਰੀ ਕਹਿੰਦੇ ਨੇ ਬੈਠੋ, ਦੂਜੀ ਖਿੜਕੀ ਤੋਂ ਬਾਹਰ ਨਿਕਲ ਜਾਂਦੇ ਆ। ਵੀ ਸਾਨੂੰ ਵੀਰੋ ਇਕੱਠੇ ਹੋਣਾ ਪੈਣਾ। ਦੂਸਰੀ ਗੱਲ, ਇਹ ਅਖਬਾਰ ਮੀਡੀਆ ਕੋਈ ਗੱਲ ਨਹੀਂ ਕਰ ਰਿਹਾ ਇਸ ਚੀਜ਼ ਦੀ। ਸਾਡੇ ਸ਼ਹਿਰਾਂ 'ਚ ਤਾਂ ਬਿਲਕੁਲ ਹੀ ਨਹੀਂ ਹੋ ਰਹੀ। ਮੈਂ ਚਾਹੁੰਦਾ ਕਿ ਇੱਥੋਂ ਹੋ ਜਾਣੇ ਸਾਡੇ ਵਰਗੇ। ਜਿੱਦਾਂ ਮੈਂ ਅੱਜ ਸੁਣ ਕੇ 10 ਦਿਨਾਂ ਬਾਅਦ ਦਿਲ ਕੀਤਾ ਵੀ ਜਾ ਕੇ ਆਵਾਂ, ਇੱਥੇ ਆਇਆ। ਭਾਈ ਸਾਹਿਬ ਦੀ ਮੈਂ ਕੱਲ੍ਹ ਸੁਣ ਰਿਹਾ ਸੀਗਾ, ਅੱਜ ਵੀਡੀਓ ਆਈ ਸੀਗੀ, ਅੱਛੇ ਲੱਗੇ ਵਿਚਾਰ ਵੀ ਚਲੋ ਜਾ ਕੇ ਗੱਲਬਾਤ ਕਰੀਏ। ਜੋ ਸਾਡੇ ਏਰੀਆ 'ਚ ਉੱਧਰ ਗੱਲ ਹੋ ਰਹੀ ਉਹ ਇਹਨਾਂ ਨੂੰ ਦੱਸਿਆ ਜਾਵੇ। ਸੋਸ਼ਲ ਮੀਡੀਆ ਬਹੁਤ ਵਧੀਆ ਸਾਨੂੰ ਇੱਕ ਨੈਟਵਰਕ ਮਿਲਿਆ, ਉਹਦੇ 'ਚ ਛੋਟੀ ਤੋਂ ਛੋਟੀ ਗੱਲ ਜਿਹੜੀ ਵੀ ਸਾਡੇ ਧਰਨਿਆਂ 'ਤੇ ਹੁੰਦੀ ਹੈ ਉਹਨੂੰ ਪਾਇਆ ਜਾਵੇ, ਅੱਗੇ ਤੋਂ ਅੱਗੇ ਸ਼ੇਅਰ ਕਰਿਆ ਜਾਵੇ। ਹੋਰ ਵੀ ਅਸੀਂ ਊਟ ਪਟਾਂਗ ਦੀਆਂ ਗੱਲਾਂ ਬਹੁਤ ਸ਼ੇਅਰ ਕਰਦੇ ਹਾਂ, ਇਹ ਚੀਜ਼ਾਂ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰੀਏ ਤਾਂ ਕਿ ਹਰ ਇੱਕ ਜ਼ਿਮੀਂਦਾਰ ਨੂੰ, ਚਾਹੇ ਉਹ 1 ਏਕੜ ਦਾ ਭਾਵੇਂ ਅੱਧੇ, ਚਾਹੇ ਕਿਸੇ ਦਾ ਦਿਹਾੜੀਦਾਰ ਹੈ, ਕਿਸੇ ਵੀ ਹੈ, ਉਹਦੇ ਤੱਕ ਗੱਲ ਪਹੁੰਚੇ। ਆਰਡੀਨੈਂਸਾਂ ਬਾਰੇ ਜਾਂ ਐਕਟਾਂ ਬਾਰੇ ਕਿਸੇ ਨੂੰ ਬਾਈ ਜੀ ਪਤਾ ਹੀ ਨਹੀਂ ਹੈਗਾ। ਸਾਨੂੰ ਇਹਦੇ ਬਾਰੇ ਵੀ ਦੱਸਣ ਦੀ ਲੋੜ ਹੈ। ਇਹਦੇ ਵਿੱਚ ਇਕੱਲਾ ਜ਼ਿਮੀਂਦਾਰ ਨਹੀਂ ਮਰਦਾ, ਖੇਤੀ ਨਾਲ ਜੁੜਿਆ ਹੋਇਆ ਹਰ ਕਾਰੋਬਾਰ ਡੁੱਬ ਜਾਣਾ। ਜਿਵੇਂ ਮੰਡੀਆਂ ਦੀ ਗੱਲ ਕਰੀ, ਮੰਡੀਆਂ ਖਤਮ ਹੋ ਜਾਣੀਆਂ। ਮੰਡੀਆਂ ਦੇ ਵਿੱਚ ਕਿੰਨੇ ਹੀ ਲੋਕਾਂ ਨੂੰ ਸਿੱਧੇ ਅਸਿੱਧੇ ਤੌਰ 'ਤੇ ਰੁਜ਼ਗਾਰ ਮਿਲਿਆ ਹੋਇਆ। ਆੜਤੀ ਬੰਦ ਹੋ ਜਾਣਾ, ਭਰਾਈ ਵਾਲੇ ਬੰਦ ਹੋ ਜਾਣੇ, ਪੱਲੇਦਾਰ ਬੰਦ ਹੋ ਜਾਣੇ, ਮੀਡੀਓਕਰ ਜਿਹੜੇ ਹੈਗੇ ਉਹ ਬੰਦ ਹੋ ਜਾਣੇ, ਸਾਰੇ ਕਾਸੇ ਨੇ ਬੰਦ ਹੋਣਾ। ਉਸ ਤੋਂ ਬਾਅਦ ਜਿਹੜਾ ਛੋਟਾ ਮੋਟਾ ਦੁਕਾਨਦਾਰ ਹੈਗਾ ਉਹ ਵੀ ਜਾਇਆ ਜਾਣਾ। ਕੰਮ ਕਿਹਦਾ ਆ ਜਾਣਾ? ਕੰਮ ਤੁਹਾਡੇ ਇਹਨਾਂ ਦੇ ਕਾਰਪੋਰੇਟ ਘਰਾਣਿਆਂ ਦੇ ਆ ਜਾਣੇ ਆ। ਕਾਰਪੋਰੇਟ ਘਰਾਣਿਆਂ ਤੋਂ ਮੈਂ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ, ਮੈਂ 2008 ਦੇ ਵਿੱਚ ਪੋਲਟਰੀ ਦਾ ਕੰਮ ਸ਼ੁਰੂ ਕੀਤਾ ਸੀਗਾ। ਇੰਟੀਗ੍ਰੇਟਡ ਸਰਵਿਸਿਜ਼ ਕਹਿੰਦੇ ਆ ਉਹਨੂੰ। ਉਹ ਕਾਰਪੋਰੇਟ ਸੀ, ਤਾਮਿਲਨਾਡੂ ਦੀ ਕੰਪਨੀ ਹੈ ਸੁਗਨਾ। ਉਸ ਤੋਂ ਬਾਅਦ ਫਿਰ ਫੋਰਨ ਤੋਂ CP ਆ ਗਿਆ, ਜਾਂ ਇੱਥੇ ਵੀ 1-2 ਫੀਡ ਕੰਪਨੀਆਂ ਨੇ ਸ਼ੁਰੂ ਕਰ ਲਿਆ ਸੀਗਾ। ਉਹਦੇ ਵਿੱਚ ਕੀ ਸੀਗਾ? ਪੋਲਟਰੀ ਫਾਰਮ ਮੇਰਾ, ਲੇਬਰ ਮੇਰੀ, ਬਿਜਲੀ ਮੇਰੀ, ਹੋਰ ਜਿਹੜੇ ਉੱਪਰਲੇ ਖਰਚੇ ਆ ਉਹ ਸਾਰੇ ਮੇਰੇ। ਉਹਨੇ ਮੈਨੂੰ ਸਿਰਫ ਬੱਚਾ ਦੇਣਾ ਔਰ ਫੀਡ ਦੇਣੀ। ਮੇਰੇ ਨਾਲ ਕੰਟਰੈਕਟ ਕੀਤਾ ਸੀਗਾ ਕਿ ਮੈਨੂੰ 2 ਕਿਲੋ ਮਿਨੀਮਮ ਉਹਦੇ ਬਾਈ ਵੇਟ ਪਰ ਕੇਜੀ 2 ਰੁਪਏ ਮਿਨੀਮਮ ਮਿਲੂਗਾ। ਉੱਪਰ ਮਿਲ ਗਿਆ ਤਾਂ ਉਹ ਮੇਰਾ ਇਨਸੈਂਟਿਵ ਹੈ। ਲੇਕਿਨ ਮੈਨੂੰ ਉਹਨਾਂ ਨੇ ਇੱਕ ਸ਼ਬਦ ਦਿਖਾ ਕੇ ਸਾਲ ਦੇ ਵਿੱਚ 6 ਹੈਚ ਪੈਂਦੇ ਆ, 6ਵਾਂ ਦੇ ਵਿੱਚੋਂ 1 ਹੈਚ ਦੇ ਵਿੱਚ ਪ੍ਰੋਫਿਟ ਵੱਧ ਦਿੱਤਾ। ਵੱਧ ਕਿਵੇਂ ਦਿੱਤਾ? ਕਿਉਂ ਬੱਚਾ ਉਹਨਾਂ ਨੇ ਦੇਣਾ। ਮੈਨੂੰ ਨਹੀਂ ਪਤਾ ਵੀ ਛਾਂਟੀ ਹੋ ਕੇ ਆਇਆ, ਅੱਛਾ ਆਇਆ, ਮਾੜਾ ਆਇਆ, ਕੀ ਆ ਗਿਆ। ਮੈਨੂੰ ਦੇਤਾ। ਮੈਨੂੰ ਲੱਗਿਆ ਵੀ ਯਾਰ ਇਹ ਤਾਂ ਕੰਮ ਹੀ ਬਹੁਤ ਵਧੀਆ, 30-35 ਦਿਨਾਂ 'ਚ ਫਸਲ ਤਿਆਰ ਹੋ ਗਈ, ਲੱਖਾਂ ਰੁਪਈਆ ਮੈਨੂੰ ਪ੍ਰੋਫਿਟ ਆ ਗਿਆ। ਮੈਂ ਜੀ 5000 ਤੋਂ 15 ਤੇ ਆ ਗਿਆ। 15 ਦੇ ਵਿੱਚ ਫਿਰ ਮੈਨੂੰ ਮਾੜਾ ਮੋਟਾ ਜਿਹਾ ਦਿਖਾ ਕੇ 25-30% ਦਾ ਫਾਇਦਾ ਹੋ ਗਿਆ। ਮੈਂ ਫੇਰ ਲੱਗਿਆ, ਮੈਂ 32000 ਤੇ ਚਲਾ ਗਿਆ। ਜਦੋਂ ਮੈਨੂੰ 35 ਦਿਨਾਂ ਬਾਅਦ, 40 ਦਿਨਾਂ ਬਾਅਦ ਉਹਨਾਂ ਨੂੰ 4-5 ਲੱਖ ਦੇਣਾ ਪੈ ਗਿਆ। ਫਿਰ ਉਹਨਾਂ ਨੇ ਫੀਡ 'ਚ ਨੁਕਸ ਪਾਤਾ, ਮੈਨੂੰ ਨਹੀਂ ਪਤਾ ਲੱਗਿਆ। ਫਿਰ ਉਹਨਾਂ ਨੇ ਚੂਚੇ ਛਾਂਟੀ ਘਰੇ ਹੋਏ ਦੇਤੇ। ਮੈਨੂੰ 6ਵੇਂ ਹੈਚ ਦੇ ਵਿੱਚ ਨੁਕਸਾਨ ਹੋਇਆ। 35 ਦਿਨਾਂ ਦੇ ਵਿੱਚ ਬਾਈ ਜੀ ਮੈਂ ਇਹਨਾਂ ਹੱਥਾਂ ਨਾਲ 42 ਲੱਖ ਰੁਪਈਆ ਗਿਣ ਕੇ ਦਿੱਤਾ। ਉਹ 42 ਲੱਖ ਦੇ ਵਿੱਚ 5-7 ਲੱਖ ਰੁਪਈਆ ਇਹਨਾਂ ਨੇ ਦਿੱਤਾ ਸੀਗਾ। ਜਿਹੜਾ ਮੇਰੇ ਕੋਲ ਮਾੜੀ ਮੋਟੀ ਮੇਰੀ ਗਿੱਲ ਸੀਗੀ ਉਹ ਵੀ ਲੈ ਗਏ। ਇਹ ਕਾਰਪੋਰੇਟ ਇੱਦਾਂ ਦੇ ਆ। ਸਾਨੂੰ ਜਿਵੇਂ ਮੇਰੇ ਤੋਂ ਪਹਿਲਾਂ ਵੀਰ ਗੱਲ ਕਰਕੇ ਗਏ ਆ ਵੀ ਸਾਨੂੰ ਇੱਕ ਵਾਰ ਇਹਨਾਂ ਨੇ ਲਾਲਚ ਦੇਣਾ ਹੈ। ਮੰਡੀ ਸਿਸਟਮ ਤੋਂ 150, 200 ਜਾਂ 500 ਵੱਧ ਦੇਣਗੇ। ਲੇਕਿਨ ਜਦੋਂ ਮੰਡੀਆਂ 'ਚ ਚੀਜ਼ ਜਾਣੀ ਵੰਡ ਹੋ ਜਾਣੀ ਹੈ, ਉੱਥੇ ਜਿਹੜੇ ਵੀਰ ਭਰਾ ਕੰਮਕਾਰ ਕਰਦੇ ਉਹਨਾਂ ਨੇ ਹੌਲੀ ਹੌਲੀ ਆਪਣਾ ਜੁੱਲੀ ਬਿਸਤਰਾ ਚੱਕ ਕੇ ਘਰ ਆ ਜਾਣਾ। ਫਿਰ ਸਾਡੇ ਕੋਲ ਕੋਈ ਆਪਸ਼ਨ ਨਹੀਂ ਰਹਿਣੀ। ਫਿਰ ਇਹਨਾਂ ਨੇ ਆਪਣੀਆਂ ਚੰਮ ਦੀਆਂ ਚਲਾਉਣੀਆਂ। ਫਿਰ ਸਾਡੀ ਚੀਜ਼, ਕੋਈ ਜ਼ਿਮੀਂਦਾਰ ਇੱਦਾਂ ਦਾ ਨਹੀਂ ਹੈਗਾ ਵੀ ਜਿਹੜਾ ਆਪਣੇ ਘਰੇ ਆਪਣੀ ਸਾਰੀ ਫਸਲ ਸਟੋਰ ਕਰ ਲੇਗਾ। ਉਹਨੂੰ ਇਹ ਚੀਜ਼ ਦੇਣੀ ਪੈਣੀ ਹੈ। ਫਿਰ ਅਸੀਂ ਇਹਨਾਂ ਦੀਆਂ ਮਨਮਰਜ਼ੀਆਂ ਦਾ ਸ਼ਿਕਾਰ ਹੋਵਾਂਗੇ। ਫਿਰ ਇਹਨਾਂ ਨੇ ਸਾਤੋਂ ਸਾਡੀ ਚੀਜ਼, ਸਾਡੀ ਜਿਹੜੀ ਮਰਜ਼ੀ ਦਾ ਮਾਲਕ ਹੈ, ਉਹ ਅਸੀਂ ਇਹਨਾਂ ਨੂੰ ਪੁੱਛਾਂਗੇ ਵੀ ਦੱਸ ਭਾਈ ਕੀ ਜਾਣਾ, ਮੇਰਾ ਖੇਤ ਖਾਲੀ ਕਰ ਦੇ। ਇਹ ਚੀਜ਼ ਹੈਗੀ ਵੀਰ ਜੀ। ਬਾਕੀ ਹੋਰ ਭਾਈ ਸਾਹਿਬ ਵੀ ਹੈਗੇ। ਮੈਂ ਐਡਾ ਕੋਈ ਗੱਲਬਾਤ ਚੰਗੀ ਨਹੀਂ, 2-3 ਗੱਲਾਂ ਸੀਗੀਆਂ ਬਾਈ ਜੀ ਨਾਲ ਡਿਸਕਸ ਕਰੀਆਂ। ਬਾਈ ਜੀ ਕਹਿੰਦੇ ਵੀ ਤੁਸੀਂ ਆਪ ਕਹਿ ਦਿਓ ਵੀ ਜੀ ਇਸ ਚੀਜ਼ ਨੂੰ ਰਿਕਾਰਡ ਕਰਕੇ ਸੋਸ਼ਲ ਮੀਡੀਆ 'ਤੇ ਸ਼ੇਅਰ ਕਰੋ। ਜਿੰਨਾ ਵੱਧ ਤੋਂ ਵੱਧ ਸ਼ੇਅਰ ਹੋ ਜਾਏਗਾ ਉਹਨਾਂ ਸਾਡੇ ਵਰਗੇ ਲੋਕਾਂ ਨੂੰ ਪਤਾ ਲੱਗੂਗਾ। ਮੈਂ ਵੀ ਸੋਸ਼ਲ ਮੀਡੀਆ ਦੇਖਦਾ ਸੀ, ਫੇਸਬੁੱਕ ਤਾਂ ਖੈਰ ਨਹੀਂ ਚਲਾਉਂਦਾ,
WhatsApp ਤੇ ਮੈਂ 2-3 ਵੀਡੀਓ ਆਈਆਂ, ਅੱਛੀਆਂ ਲੱਗੀਆਂ ਤੇ ਅੱਜ ਦਿਲ ਕੀਤਾ ਵੀ ਕੰਮਕਾਰ ਛੱਡ ਕੇ ਇੱਥੇ ਪਹੁੰਚੀਏ। ਕੰਮਕਾਰਾਂ ਦੇ ਵਿੱਚ ਅਸੀਂ ਉਲਝੇ, ਸ਼ਹਿਰੀ ਦੇ ਤੇ ਸਾਡੇ ਕੋਲ ਛੋਟੇ-ਛੋਟੇ ਕੰਮ ਤੋਰੇ ਹੋਏ ਆ, ਲੇਕਿਨ ਸਾਨੂੰ ਕਿਸੇ ਨੂੰ ਫਿਕਰ ਨਹੀਂ ਹੈਗਾ। ਅੱਜ ਮੇਰੇ ਖਿਆਲ ਇਹ ਸੰਘਰਸ਼ ਨੂੰ ਚੱਲਦੇ ਨੂੰ ਲਗਭਗ 15-20 ਦਿਨ ਹੋ ਗਏ, ਚੱਲ ਤਾਂ ਪੁਰਾਣਾ ਵੀ ਰਿਹਾ, ਲੇਕਿਨ ਸਾਡੇ ਏਰੀਏ ਦੇ ਵਿੱਚ ਕਿਸੇ ਨੂੰ ਇਸ ਚੀਜ਼ ਦਾ ਪਤਾ ਨਹੀਂ ਹੈਗਾ। ਪਤਾ ਵੀ ਹੋਊਗਾ ਲੇਕਿਨ ਲੋਕ ਆਪਣੇ ਰੁਝੇਵਿਆਂ 'ਚ ਆ ਵੀ ਠੀਕ ਹੈ ਚੱਲੀ ਜਾ, ਮੈਨੂੰ ਕੀ ਲੈਣਾ, ਮੈਂ ਕਿਹੜਾ ਬਹੁਤਾ ਜ਼ਿਮੀਂਦਾਰ ਹੈ ਯਾਰ। ਜ਼ਿਮੀਂਦਾਰ ਤਾਂ ਨਹੀਂ ਹੈ, ਅਸੀਂ ਮਜ਼ਦੂਰ ਤਾਂ ਕਰਦੇ, ਰੋਟੀ ਪਾਣੀ ਤਾਂ ਖਾਂਦੇ ਆ। ਇੱਕ ਛੋਟੀ ਜੀ ਮੇਰੀ ਹੋਰ ਬੇਨਤੀ ਸੀਗੀ ਵੀ ਜੀ, ਮੈਂ ਖੇਤੀ ਨਾਲ ਹੁਣੇ ਜੁੜਿਆ, ਤੁਹਾਨੂੰ ਦੱਸਿਆ ਵੀ ਮਾਰਚ ਮਹੀਨੇ ਦੇ ਵਿੱਚ ਮੈਂ ਚਰੀ ਦੀ ਫਸਲ ਬੀਜਤੀ। ਚਰੀ ਦੇ ਵਿੱਚੋਂ ਸਾਡੇ ਤਾਂ ਇੱਥੇ ਮੋਹਾਲੀ ਏਰੀਏ 'ਚ ਬਿਸਕਵਰਾ ਕਹਿ ਦਿੰਦੇ ਆ, ਹੋਰ ਪਤਾ ਨਹੀਂ ਕੀ ਕਹਿੰਦੇ ਹੋਣਗੇ। ਉਹਦੇ ਵਾਸਤੇ ਮੈਨੂੰ ਬਜ਼ੁਰਗਾਂ ਨੇ ਕਹਿਤਾ ਵੀ ਸਪਰੇਅ ਲਿਆ। ਇੱਕ ਉਹਦੇ 'ਚ ਗੋਭ 'ਚ ਸੁੰਡੀ ਲੱਗੀ, ਮੈਂ ਉਹਦੀ ਵੀ ਨਾਲ ਲੈ ਆਇਆ। ਇੱਕ ਇਹ ਸੀਗਾ ਵੀ ਆੜ ਕਬਾੜ ਜਿਹਾ ਸੀਗਾ, ਉਹ ਘੰਟੇ ਕੁ ਦੀ ਸਪਰੇਅ ਕਹਿ ਦਿੰਦੇ, ਉਹ ਵੀ ਲੈ ਆਇਆ। 3 ਸਪਰੇਹਾਂ ਇਕੱਠੀਆਂ ਕਰ ਲਿਆ, ਮੇਰੇ ਲਈ ਤਾਂ ਗਧਾ ਘੋੜਾ ਬਰਾਬਰ ਹੋ ਗਿਆ। ਉਹ ਮੈਂ ਜਿਹੜੀ ਸੁੰਡੀ ਦੀ ਸਪਰੇਅ ਕਰਨੀ ਸੀ ਉਹ ਤਾਂ ਪਾਈ ਨਹੀਂ, ਜਿਹੜੀ ਘੰਟੇ ਵਾਲੀ ਸੀਗੀ ਉਹ ਪੰਪ 'ਚ ਪਾ ਕੇ ਚਰੀ 'ਤੇ ਸਪਰੇਅ ਕਰਤੀ। ਕਰਕੇ ਆ ਗਿਆ, ਬਾਪੂ ਨੂੰ ਕਹਿਤਾ ਲੈ ਬਾਪੂ ਸਪਰੇਅ ਕਰਤੀ, ਕੋਈ ਗੱਲ ਮੈਂ ਰੋਟੀ ਖਾਣ ਲੱਗਿਆ। 2 ਘੰਟਿਆਂ ਬਾਅਦ ਜੇ ਮੈਂ ਦੇਖਿਆ ਵੀ ਯਾਰ ਨੌਕਰ ਆਇਆ, ਕਹਿੰਦਾ ਜੀ ਘੰਟੇ ਵਾਲੀ ਸਪਰੇਅ ਵੀ ਤੁਸੀਂ ਤਾਂ ਖੇਤ 'ਤੇ ਮਰਾਤੀ ਹੈ, ਤਾਂ ਘੰਟੇ ਵਾਲੀ ਸੀਗੀ। ਅਤੇ ਮੈਨੂੰ ਦੁੱਖ ਲੱਗਿਆ, ਕਿਉਂ ਉਹ ਮੈਂ ਫਸਲ ਆਪ ਪਾਲੀ, ਆਪ ਬੀਜੀ, ਛਿੱਟਾ ਮਾਰਿਆ ਸਾਰਾ ਜਦ ਉਹ ਘੰਟੇ ਬਾਅਦ ਪੀਲੀ ਹੋ ਗਈ, ਮੁਰਝਾ ਗਈ, ਦੁੱਖ ਲੱਗਿਆ। ਅਤੇ ਇੱਕ ਦੁੱਖ ਹੋਰ ਲੱਗਦਾ, ਮੈਂ ਵੀ ਕਿਸਾਨ ਭਰਾਵਾਂ 'ਚੋਂ ਹੈਗਾ, ਖੇਤੀ ਨਹੀਂ ਕਰਦਾ ਸੀ, ਲੇਕਿਨ ਹੁਣ ਮੈਂ ਮਾਰਚ ਤੋਂ ਸਬਜ਼ੀ ਆਪ ਬਣਾ ਰਿਹਾ। ਜਦੋਂ ਸਾਡਾ ਕਿਸਾਨ ਕਿੱਲਿਆਂ ਦਾ ਮਾਲਕ ਝੋਲਾ ਚੱਕ ਕੇ ਮੰਡੀ ਸਬਜ਼ੀ ਲੈਣ ਜਾਂਦਾ, ਬੜਾ ਦੁੱਖ ਹੁੰਦਾ ਬਾਈ ਜੀ। ਅਸੀਂ ਆਪ ਹੀ ਇਸ ਕੰਮ ਤੋਂ ਉਧਰ ਨੂੰ ਜਾਈ ਜਾਂਦੇ ਹਾਂ। ਛੋਟੀ ਛੋਟੀ ਚੀਜ਼ ਲੈਣ ਲਈ ਅਸੀਂ ਰਿਲਾਇੰਸ ਦੇ, ਬਿੱਗ ਬਾਜ਼ਾਰ ਦੇ, ਤੁਹਾਡੇ ਮੈਟਰੋ ਦੇ, ਇਹਨਾਂ ਦੇ ਗੁਲਾਮ ਹੁੰਦੇ ਜਾਂਦੇ ਹਾਂ। ਦੱਸ ਕਿ ਅਸੀਂ ਸਬਜ਼ੀਆਂ ਨਹੀਂ ਆਪਣੇ ਲਈ ਉਗਾ ਸਕਦੇ? ਕਿੰਨੀ ਕੁ ਸਬਜ਼ੀ ਲੱਗਦੀ ਹੈ, ਸਾਨੂੰ ਆਪ ਹੀ ਇਹ ਚੀਜ਼ਾਂ ਹੋਣੀਆਂ ਪੈਣੀਆਂ। ਅਸੀਂ ਹੌਲੀ 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 ਅਸੀਂ ਆਪਣੇ ਆਪ ਨੂੰ ਇਹਨਾਂ ਦੇ ਗੁਲਾਮ ਬਣਾਈ ਜਾਂਦੇ ਹਾਂ। ਮੇਰੇ ਵਰਗੇ ਤਾਂ ਹੈ ਹੀ ਹੈ, ਸਾਨੂੰ ਜੀਨਾਂ ਨੇ, ਟੀ-ਸ਼ਰਟਾਂ ਨੇ, ਆ ਕੱਪੜਿਆਂ ਨੇ, ਐਸ਼ਾ ਨੇ ਪੱਟ ਲਿਆ। ਅਸੀਂ ਕਹਿੰਦੇ ਵੀ ਹਾਂ ਗੱਡੀ 'ਚ ਜਾਣਾ ਚਾਹੀਦਾ, ਟਰੈਕਟਰ ਦੀ ਸੀਟ 'ਤੇ ਸਾਡੇ ਤਾਂ ਜੀ ਅੱਟਣ ਪੈਂਦੇ ਆ, ਜਾਂ ਅਸੀਂ ਡਲਿਆਂ 'ਚ ਨਹੀਂ ਤੁਰ ਸਕਦੇ, ਛਾਲੇ ਪੈਂਦੇ ਆ। ਸਾਨੂੰ ਤੁਰਨਾ ਪੈਣਾ, ਸਾਨੂੰ ਸਮਝਾਉਣਾ ਪੈਣਾ, ਬੱਚਿਆਂ ਨੂੰ ਲੈਣਾ ਪੈਣਾ, ਦੱਸਣਾ ਪੈਣਾ। ਕੱਲ੍ਹ ਦੀ ਗੱਲ ਦੱਸਦਾ, ਮੈਂ ਬਰਸੀਨ ਬੀਜੀ ਜਾਂਦਾ, ਮੇਰੇ ਨਾਲ ਮੇਰੀ ਬੇਟੀ ਆ ਗਈ। ਉਹ ਪਾਣੀ ਦੇ ਵਿੱਚ ਜਾਂਦੇ ਸੀ, ਮੈਂ ਕਿਹਾ ਪੁੱਤ ਬਰਸੀਨ ਬੀਜੀ ਆ। ਕਹਿੰਦੀ ਬਰਸੀਨ ਹੁੰਦੀ ਕਿਆ ਹੈ? ਫਿਰ ਉਹ ਚਾਹ 'ਤੇ ਪਾਣੀ ਜਾ ਰਿਹਾ ਸੀਗਾ, ਦੂਜੇ ਪਾਸੇ ਨੱਕਾ ਟੁੱਟ ਕੇ ਦੂਜੇ ਪਾਸੇ ਚੱਲੇ ਗਿਆ। ਮੈਂ ਲਾਤਾ, ਮੈਂ ਕਿਹਾ ਪੁੱਤ ਮੈਂ ਨੱਕਾ ਮੋੜਿਆ ਵਾ। ਉਹਨੂੰ ਲੱਗਿਆ ਵੀ ਨੱਕਾ ਸ਼ਾਇਦ ਕੋਈ ਜਾਨਵਰ ਆ, ਖੇਤ 'ਚ ਵੜ ਗਿਆ, ਉਹਨੂੰ ਮੋੜਨ ਚੱਲਿਆ। ਅਤੇ ਮਤਲਬ ਉਹਨੂੰ ਮੈਂ ਸਮਝਾ ਵੀ ਪੁੱਤ ਇਹਨੂੰ ਨੱਕਾ ਕਹਿੰਦੇ ਆ, ਇਹਨੂੰ ਕਹੀ ਕਹਿੰਦੇ ਆ, ਇਹਨੂੰ ਖਾਲ ਕਹਿੰਦੇ ਆ। ਸਾਡੇ ਬੱਚਿਆਂ ਨੂੰ ਹੀ ਨਹੀਂ ਪਤਾ ਕਿਆ ਚੀਜ਼ ਹੈ। ਅਸੀਂ ਤਾਂ ਚਲੋ ਥੋੜ੍ਹਾ ਜਿਹਾ ਵੀ 40-45 ਸਾਲ ਹੋ ਗਏ, ਤੁਹਾਡੇ ਬਜ਼ੁਰਗ ਚੱਲੇ ਆ, ਲੇਕਿਨ ਆਹ 10-15 ਸਾਲ ਦੇ ਵਿੱਚ ਇਹੋ ਜਿਹਾ ਮਾਹੌਲ ਬਦਲਿਆ, ਸਾਡੇ ਬੱਚੇ ਹੀ ਟੁੱਟ ਗਏ ਇਸ ਚੀਜ਼ ਤੋਂ। ਜਿਹੜੀ ਗੱਲ ਕਰਦਾ ਵੀ ਆਉਣ ਵਾਲੀ ਪੀੜ੍ਹੀਆਂ ਨੂੰ ਕੀ ਦੱਸਾਂਗੇ ਅਸੀਂ ਜਾ ਕੇ? ਦੱਸਣਾ ਤਾਂ ਵੀ ਅਸੀਂ ਪਹਿਲਾਂ ਖੇਤੀ ਬਾਰੇ ਤਾਂ ਦੱਸੀਏ ਵੀ ਹੈ ਕੀ ਹੈ ਖੇਤੀ। ਖੇਤੀ ਬਾਰੇ ਅਸੀਂ ਦੱਸ ਨਹੀਂ ਰਹੇ, ਆਹ ਚੀਜ਼ ਦੱਸੀ ਜਾਂਦੇ ਆ, ਉਹਨਾਂ ਦੇ ਪੱਲੇ ਕੱਖ ਨਹੀਂ ਪੈ ਰਿਹਾ, ਉਹਨਾਂ ਨੂੰ ਜ਼ਰੂਰਤ ਹੀ ਨਹੀਂ ਹੈਗੀ। ਸਾਡੇ ਸਭ ਤੋਂ ਵੱਧ ਪ੍ਰਾਈਵੇਟ ਕਾਲਜ ਪੰਜਾਬ 'ਚ ਹੈ। ਸਾਤੋਂ ਐਜੂਕੇਸ਼ਨ ਦੇ ਅੰਗੇਸਟ ਪੈਸਾ ਲੈ ਲਿਆ, ਲੁੱਟ ਲਿਆ। ਐਜੂਕੇਸ਼ਨ ਹੈ ਨਹੀਂ। ਜੇ ਕੋਈ ਲਗਨ ਨਾਲ ਪੜ੍ਹ ਵੀ ਗਿਆ ਤਾਂ ਨੌਕਰੀ ਹੈ ਨਹੀਂ। ਨੌਕਰੀ ਹੈ ਨਹੀਂ, ਬੱਚਾ ਕੀ ਕਰੂਗਾ? ਫਿਰ ਅਸੀਂ ਪ੍ਰੈਸ਼ਰ ਦਿੰਦੇ ਹਾਂ ਵੀ ਤੇਰੇ 'ਤੇ ਇੰਨਾ ਖਰਚ ਕਰਤਾ, ਇੰਨਾ ਖਰਚ ਕਰਤਾ, ਤੂੰ ਕੰਮ ਕਰ। ਕੰਮ ਉਸ ਦੇ ਲੈਵਲ ਦਾ, ਪੜ੍ਹਾਈ ਦੇ ਲੈਵਲ ਦਾ ਜਾਂ ਉਹਦੇ ਸਟੇਟਸ ਹੈ ਨਹੀਂ। ਫਿਰ ਅਸੀਂ ਬਾਹਰਾਂ ਨੂੰ ਤੁਰਦੇ ਹਾਂ। ਇਸ ਸਾਜ਼ਿਸ਼ਾਂ ਸਾਡੀ ਪੜ੍ਹਾਈ ਸਾਤੋਂ ਖੋਹ ਲਈ, ਸਾਡਾ ਕਿੱਤਾ ਸਾਤੋਂ ਖੋਹ ਲਿਆ, ਸਾਡੀ ਨੌਜਵਾਨੀ ਖੋਹ ਲਈ। ਕੁਛ ਬਾਹਰ ਨੂੰ ਚਲੀ ਗਈ, ਕੁਛ ਨਸ਼ਿਆਂ 'ਚ ਰੋਲਤੀ, ਰਹਿ ਗਈ ਸਾਡੇ ਕੋਲ ਜ਼ਮੀਨ। ਹੁਣ ਇਹ ਸਕੀਮਾਂ ਬਣਾ ਕੇ ਜ਼ਮੀਨ ਵੀ ਲੈਣ ਲੱਗੇ ਹੋਏ ਆ। ਸੋ ਮੇਰੇ ਵੀਰੋ, ਇਕੱਠੇ ਹੋ ਜਾਓ, ਲੜੋ। ਕਿੱਲੇ ਵਾਲਾ, 10 ਕਿੱਲਿਆਂ ਵਾਲਾ, ਚਾਹੇ ਮਜ਼ਦੂਰ ਹੈ ਕੋਈ, ਚਾਹੇ ਮੇਰੇ ਵਰਗਾ ਜਿਹਨੂੰ ਖੇਤੀ ਬਾਰੇ ਉੜਾੜਾ ਨਹੀਂ ਪਤਾ, ਲੇਕਿਨ ਦੁੱਖ ਲੱਗਦਾ ਜਦ ਇਹ ਚੀਜ਼ਾਂ ਚੱਲਦੀਆਂ। ਸਾਡੇ ਘਰਾਂ ਦੇ ਡਾਕਾ ਮਾਰਨ ਲੱਗੇ ਪਏ ਅਜਿਹੇ। ਇਸ ਚੀਜ਼ ਨੂੰ ਵੀਰ ਜੀ ਅਖਬਾਰਾਂ ਨੇ, ਮੀਡੀਆ, ਟੈਲੀਵਿਜ਼ਨ ਤੁਸੀਂ ਲਾ ਲਓ, ਮੈਂ ਕਹਿੰਦਾ ਵੀ 50 ਚੈਨਲ ਹੋਣੇ, 24 ਘੰਟੇ ਖਬਰਾਂ ਚੱਲਦੀਆਂ ਪਿਆ, ਕੋਈ ਜ਼ਿਮੀਂਦਾਰ ਦੀ, ਕਿਸਾਨ ਦੀ ਗੱਲ ਨਹੀਂ ਕਰਦਾ। ਅਸੀਂ ਆ ਸੋਸ਼ਲ ਮੀਡੀਆ ਦੇ ਰਾਹੀਂ ਸੁਣਿਆ, ਇਸੇ ਨੂੰ ਕਰੋ, ਬਹੁਤ ਇਹ 'ਚ ਜ਼ੋਰ ਹੈ, ਇਹਨੂੰ ਭੇਜੋ ਤਾਂ ਕਿ ਹਰ ਇੱਕ ਬੰਦਾ ਸਾਡੀ ਤਕਲੀਫ ਸੁਣੇ, ਉਹਨੂੰ ਸਾਡੀ ਤਕਲੀਫ ਸਮਝ ਲੱਗੇ। ਸਮਝ ਨਹੀਂ ਹੈ, ਇਹ ਤਾਂ ਲੜਾਈ ਉਹ ਇਕੱਲੀ ਕਿਸਾਨਾਂ ਦੀ ਦਿਖਾਈ ਜਾ ਰਹੀ ਹੈ, ਲੇਕਿਨ ਕਿਸਾਨੀ ਦੇ ਨਾਲ ਨਾਲ ਬਾਕੀ ਸਭ ਸਮਾਜ 'ਤੇ ਵੀ ਇਹਦਾ ਅਸਰ ਪੈਣਾ। ਉਸ ਚੀਜ਼ ਨੂੰ ਪ੍ਰਚਾਰਿਆ ਜਾਵੇ ਤਾਂ ਅਸੀਂ ਨਾਲ ਜੋੜਾਂਗੇ। ਜਿਵੇਂ ਬਾਈ ਜੀ ਕਹਿ ਗਿਆ ਵੀ ਠੀਕ ਹੈ, ਜਥੇਬੰਦੀਆਂ ਚੱਲੀਆਂ, ਲੇਕਿਨ ਸਾਰੇ ਨਹੀਂ ਇਕੱਠੇ ਹੋਏ। ਸਾਰਿਆਂ ਨੂੰ ਪਤਾ ਹੀ ਨਹੀਂ ਹੈ। ਸਾਡੇ ਜ਼ਿਮੀਂਦਾਰਾਂ ਦੇ ਖਿਲਾਫ ਹੀ ਸਾਡੇ ਸਮਾਜ 'ਚੋਂ ਦੂਜੀਆਂ ਧਿਰਾਂ ਖੜੀਆਂ ਕਰਤੀਆਂ। ਜਿਵੇਂ ਸਾਡੇ ਸ਼ਹਿਰੀ ਖੇਤਰ 'ਚ ਇੰਡਸਟਰੀ ਲੋਕਾਂ ਨੂੰ ਕਹਿਤਾ ਵੀ ਤੁਹਾਡੀ ਤਾਂ ਬਿਜਲੀ ਬੰਦ ਹੋ ਜਾਣੀ, ਕੋਲਾ ਨਹੀਂ ਆ ਰਿਹਾ, ਤੁਹਾਡੇ ਮੌਲ ਬੰਦ ਹੋ ਜਾਣੇ ਆ, ਆਹ ਹੋ ਜਾਣਾ, ਹੋ ਜਾਣਾ। ਇਹੋ ਜਿਹਾ ਲੋਕਾਂ ਨੂੰ ਸਮਝਾਓ ਵੀਰ ਜੀ। ਬਹੁਤੀਆਂ ਤਾਂ ਨਹੀਂ ਗੱਲਾਂ ਕਰ ਸਕਦਾ, ਜਿੰਨੇ ਕੁ ਮੇਰੇ ਮਨ 'ਚ ਸੀਗੇ ਮੈਂ ਕਹਤੇ, ਕਿਹਾ, ਸੁਣਿਆ, ਮਾਫ਼ ਕਰੋ। ਜੇ ਕੋਈ ਵੱਧ ਘੱਟ ਗੱਲ ਬਿਨਾਂ ਨੌਲੇਜ ਤੋਂ ਕਹਿ ਗਿਆ ਹੋਵਾਂ ਤਾਂ ਉਹਦੇ ਲਈ ਵੀ ਮਾਫ਼ ਚਾਹੁੰਦਾ। ਸੋਸ਼ਲ ਮੀਡੀਆ 'ਤੇ ਵੀਰ ਜੀ ਇਸ ਨੂੰ ਪ੍ਰਚਾਰੋ, ਵੱਧ ਤੋਂ ਵੱਧ ਪ੍ਰਚਾਰ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।